ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮਿਲ USA ਟੀਵੀ ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪੇਸ਼ ਹਨ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਭਾਰਤੀ ਵੀਜ਼ਾ ਕੇਂਦਰਾਂ ਨੇ ਮੈਡੀਕਲ ਤੇ ਵਿਦਿਆਰਥੀ ਵੀਜ਼ਾ ਲਈ ਸਲੋਟ ਖੋਲੇ। ਡੋਨਾਲਡ ਟਰੰਪ ਦੀ ਡਾਂਸ ਵੀਡੀਓ ਨੇ ਮਚਾਈ ਹਲਚਲ। ਬੈਂਜਾਮਿਨ ਨੇਤਨਯਾਹੂ ਦਾ ਬਾਈਡਨ ਨੂੰ ਜਵਾਬ, ਮੈਨੂੰ ਭਾਸ਼ਣ ਨਾ ਦਿਓ। ਕੈਨੇਡਾ 'ਚ ਪੰਜਾਬੀ ਗਾਇਕ ਅਤੇ ਰੈਪਰ AP ਢਿੱਲੋਂ ਦੇ ਵੈਨਕੂਵਰ 'ਚ ਘਰ ਦੇ ਬਾਹਰ ਹੋਈ ਗੋਲੀਬਾਰੀ। ਹੋਟਲ 'ਚ ਮਿਲੀ ਅਮਰੀਕੀ ਨਾਗਰਿਕ ਦੀ ਲਾਸ਼। 1 ਸਾਲ ਬਾਅਦ ਤਾਬੂਤ 'ਚ ਬੰਦ ਹੋ ਕੇ ਆਈ ਧੀ। 21 ਜੁਲਾਈ ਨੂੰ ਬਰੈਂਪਟਨ 'ਚ ਸੜਕ ਹਾਦਸੇ 'ਚ ਹੋਈ ਸੀ ਮੌਤ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਬੰਗਲਾਦੇਸ਼ ਦੇ ਅਹਿਮ ਸ਼ਹਿਰਾਂ 'ਚ ਵੀਜ਼ਾ ਅਰਜ਼ੀ ਕੇਂਦਰਾਂ ਨੇ ਤੁਰੰਤ ਮੈਡੀਕਲ ਤੇ ਵਿਦਿਆਰਥੀ ਵੀਜ਼ਾ ਦੀ ਲੋੜ ਵਾਲੇ ਬੰਗਲਾਦੇਸ਼ੀ ਨਾਗਰਿਕਾਂ ਲਈ ਸੀਮਿਤ ਸਲੋਟ ਦੀ ਪੇਸ਼ਕਸ਼ ਕੀਤੀ ਹੈ। ਇਹ ਸੇਵਾਵਾਂ ਢਾਕਾ, ਚਟਗਾਊ, ਰਾਜਸ਼ਾਹੀ, ਸਿਲਹਟ ਤੇ ਖੁਲਨਾ 'ਚ ਦਿੱਤੀਆਂ ਜਾ ਰਹੀਆਂ ਹਨ। ਬੰਗਲਾਦੇਸ਼ 'ਚ ਭਾਰਤੀ ਵੀਜ਼ਾ ਅਰਜ਼ੀ ਕੇਂਦਰ ਨੇ ਬਿਆਨ 'ਚ ਕਿਹਾ ਹੈ ਕਿ ਇਸ ਤੋਂ ਇਲਾਵਾ ਇਨ੍ਹਾਂ 5 ਕੇਂਦਰਾਂ 'ਚ ਉਹਨਾਂ ਅਤੀ ਜ਼ਰੂਰੀ ਮਾਮਲਿਆਂ ਲਈ ਸੀਮਿਤ ਅਰਜ਼ੀ ਸਲੋਟ ਵੀ ਖੋਲੇ ਗਏ ਹਨ, ਜਿੱਥੇ ਬੰਗਲਾਦੇਸ਼ੀ ਵਿਦਿਆਰਥੀਆਂ ਤੇ ਕਿਰਤੀਆਂ ਨੂੰ ਤੀਜੇ ਦੇਸ਼ ਦੀ ਯਾਤਰਾ ਦੀ ਲੋੜ ਹੁੰਦੀ ਹੈ ਅਤੇ ਜਿਨ੍ਹਾਂ ਦੇ ਲਈ ਉਹਨਾਂ ਪਹਿਲਾਂ ਤੋਂ ਹੀ ਭਾਰਤ 'ਚ ਵਿਦੇਸ਼ੀ ਦੂਤਾਵਾਸਾਂ ਦੇ ਕੋਲ ਵੀਜ਼ਾ ਲਈ ਸੀਮਾ ਲੈ ਰੱਖਿਆ ਹੈ। ਬਿਆਨ ਦੇ ਵਿੱਚ ਕਿਹਾ ਗਿਆ ਕਿ ਇਹ ਸੇਵਾਵਾਂ ਉਦੋਂ ਤੱਕ ਹੀ ਸੀਮਿਤ ਰਹਿਣਗੀਆਂ ਜਦੋਂ ਤੱਕ ਕਿ IVAC ਆਪਣਾ ਕੰਮਕਾਰ ਸਧਾਰਨ ਢੰਗ ਦੇ ਨਾਲ ਮੁੜ ਤੋਂ ਸ਼ੁਰੂ ਨਹੀਂ ਕਰ ਦਿੰਦਾ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਡਾਂਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ਤੇ ਧੂਮ ਮਚਾ ਰਹੀ ਹੈ। ਇਸ ਵੀਡੀਓ ਨੇ ਅਮਰੀਕਾ ਹੀ ਨਹੀਂ ਸਗੋਂ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਨਵੰਬਰ ਵਿੱਚ ਹੋਣ ਜਾ ਰਹੀ ਹੈ। ਇਸ ਚੋਣ ਵਿੱਚ ਟਰੰਪ ਮੈਦਾਨ ਵਿੱਚ ਹਨ ਅਤੇ ਉਹਨਾਂ ਦੇ ਮੁਕਾਬਲੇ ਕਮਲਾ ਹੈਰਿਸ ਹਨ। ਵਾਸ਼ਿੰਗਟਨ DC ਵਿੱਚ ਆਯੋਜਿਤ ਇੱਕ ਜਨਤਕ ਸਮਾਗਮ ਦੇ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਡਾਂਸ ਮੂਵਸ ਨੇ ਸੋਸ਼ਲ ਮੀਡੀਆ ਤੇ ਹਲਚਲ ਮਚਾ ਦਿੱਤੀ ਹੈ। ਟਰੰਪ ਜੋ ਕਿ 78 ਸਾਲਾਂ ਦੇ ਨੇ, ਉਹਨਾਂ ਨੇ ਵਾਸ਼ਿੰਗਟਨ DC ਵਿੱਚ ਸਾਲਾਨਾ ਮਮਸ ਫੋਰ ਲਿਬਰਟੀ ਸਮਾਗਮ ਵਿੱਚ ਗਰੁੱਪ ਦੇ ਸਹਿ ਸੰਸਥਾਪਕ ਨਾਲ ਸਟੇਜ ਤੇ ਡਾਂਸ ਕੀਤਾ। ਫਿਰ ਟਰੰਪ ਦੇ ਇੱਕ ਸਮਰਥਕ ਨੇ ਵੀਡੀਓ ਦੇ ਨਾਲ ਪੋਸਟ ਕੀਤਾ। ਕੁਝ ਲੋਕਾਂ ਨੇ ਇਸ ਉੱਪਰ ਟਰੰਪ ਦੇ ਡਾਂਸ ਦੀ ਤਾਰੀਫ ਵੀ ਕੀਤੀ ਤਾਂ ਕੁਝ ਹੋਰਾਂ ਨੇ ਇਸ ਨੂੰ ਮਜ਼ਾਕੀਆ ਵੀ ਦੱਸਿਆ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀਆਂ ਜੰਗੀ ਨੀਤੀਆਂ ਦਾ ਵਿਰੋਧ ਕਰਨ ਲਈ ਹਜ਼ਾਰਾਂ ਲੋਕ ਸੜਕਾਂ ਤੇ ਉਤਰ ਆਏ ਹਨ। ਨੇਤਨਯਾਹੂ ਤੇ ਗਾਜ਼ਾ 'ਚ ਜੰਗਬੰਦੀ ਲਈ ਦਬਾਅ ਵੀ ਵਧ ਰਿਹਾ ਹੈ। ਇਸ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਕਿਹਾ ਕਿ ਉਹਨਾਂ ਨੂੰ ਕਰੀਬ 11 ਮਹੀਨੇ ਲੰਬੇ ਯੁੱਧ 'ਚ ਹੋਰ ਕੁਝ ਕਰਨ ਦੀ ਲੋੜ ਹੈ। ਇਸ ਤੋਂ ਬਾਅਦ ਨੇਤਨਯਾਹੂ ਨਾਰਾਜ਼ ਹੋ ਗਏ ਹਨ। ਉਸਨੇ ਸਾਫ਼ ਕਿਹਾ ਹੈ ਕਿ ਕੋਈ ਵੀ ਉਸਨੂੰ ਇਹ ਨਾ ਦੱਸੇ ਕਿ ਕੀ ਕਰਨਾ ਹੈ ਤੇ ਕੀ ਨਹੀਂ। ਐਤਵਾਰ ਦੇ ਜਨਤਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਆਪਣੇ ਪਹਿਲੇ ਜਨਤਕ ਬਿਆਨ ਵਿੱਚ ਨੇਤਨਯਾਹੂ ਨੇ ਕਿਹਾ ਕਿ ਉਹ ਆਪਣੀ ਮੰਗ ਤੇ ਕਾਇਮ ਰਹਿਣਗੇ ਕਿ ਇਜ਼ਰਾਈਲ ਫਿਲਾਡੇਲਫੀਆ ਕੋਰੀਡੋਰ ਤੇ ਕੰਟਰੋਲ ਵਿੱਚ ਰਹੇ। ਇਹ ਮਿਸਰ ਦੇ ਨਾਲ ਗਾਜ਼ਾ ਦੀ ਸਰਹੱਦ ਤੇ ਇੱਕ ਬੈਂਡ ਹੈ ਜਿੱਥੇ ਇਜ਼ਰਾਈਲ ਦਾਅਵਾ ਕਰਦਾ ਹੈ ਕਿ ਹਮਾਸ ਗਾਜ਼ਾ ਵਿੱਚ ਹਥਿਆਰਾਂ ਦੀ ਤਸਕਰੀ ਕਰਦਾ ਹੈ। ਹਾਲਾਂਕਿ ਮਿਸਰ ਅਤੇ ਹਮਾਸ ਇਸ ਤੋਂ ਇਨਕਾਰ ਕਰਦੇ ਹਨ। ਇਹ ਮੰਗ ਜੰਗਬੰਦੀ ਸਮਝੌਤੇ ਵਿੱਚ ਵੱਡੀ ਰੁਕਾਵਟ ਬਣ ਕੇ ਉਭਰੀ ਹੈ। ਨੇਤਨਯਾਹੂ ਨੇ ਅੱਗੇ ਇਹ ਵੀ ਕਿਹਾ ਕਿ ਇਸ ਮੁੱਦੇ ਤੇ ਕੋਈ ਵੀ ਮੈਨੂੰ ਲੈਕਚਰ ਨਹੀਂ ਦੇਵੇਗਾ। ਕੈਦੀਆਂ ਨੂੰ ਛੁਡਾਉਣ ਦੇ ਲਈ ਮੇਰੇ ਤੋਂ ਵੱਧ ਕੋਈ ਵੀ ਕੋਸ਼ਿਸ਼ ਨਹੀਂ ਕਰ ਰਿਹਾ। ਇਜ਼ਰਾਈਲੀ ਲੋਕ ਐਤਵਾਰ ਦੇਰ ਰਾਤ ਸੜਕਾਂ ਤੇ ਉਤਰ ਆਏ। ਇਹ ਸੰਭਾਵਤ ਤੌਰ ਤੇ ਯੁੱਧ ਦੀ ਸ਼ੁਰੂਆਤ ਤੋਂ ਬਾਅਦ ਦਾ ਸਭ ਤੋਂ ਵੱਡਾ ਵਿਰੋਧ ਸੀ। ਨਜ਼ਰਬੰਦਾਂ ਦੇ ਪਰਿਵਾਰਾਂ ਅਤੇ ਜ਼ਿਆਦਾਤਰ ਲੋਕਾਂ ਨੇ ਹਮਾਸ ਦੇ ਆਤੰਕ ਲਈ ਨੇਤਨਯਾਹੂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਕਿਹਾ ਕਿ ਹਮਾਸ ਨਾਲ ਸਮਝੌਤਾ ਕਰਨ ਨਾਲ ਬੰਦਕਾਂ ਨੂੰ ਜ਼ਿੰਦਾ ਵਾਪਸ ਲਿਆਂਦਾ ਜਾ ਸਕਦਾ ਸੀ। ਇਸ ਦੌਰਾਨ ਸ਼ਾਂਤੀ ਵਾਰਤਾ ਦੀ ਵਿਚੋਲਗੀ ਕਰ ਰਹੀ ਟੀਮ ਨਾਲ ਮੀਟਿੰਗ ਲਈ ਵਾਈਟ ਹਾਊਸ ਪੁੱਜੇ ਬਾਈਡਨ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ। ਇਹ ਪੁੱਛੇ ਜਾਣ ਤੇ ਕਿ ਕੀ ਨੇਤਨਯਾਹੂ ਕਾਫੀ ਕਰ ਰਿਹਾ ਸੀ, ਬਾਈਡਨ ਨੇ ਜਵਾਬ ਦਿੱਤਾ, ਨਹੀਂ। ਕੈਨੇਡਾ ਦੇ ਵਿੱਚ ਇੰਡੋ ਕੈਨੇਡੀਅਨ ਰੈਪਰ, ਗਾਇਕ ਅਤੇ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਰਿਕਾਰਡ ਨਿਰਮਾਤਾ AP ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਕਈ ਰਿਪੋਰਟਾਂ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗੋਲੀਬਾਰੀ 1 ਸਤੰਬਰ ਨੂੰ ਕੈਨੇਡਾ ਦੇ ਵੈਨਕੂਵਰ ਵਿੱਚ ਉਹਨਾਂ ਦੇ ਘਰ ਦੇ ਬਾਹਰ ਹੋਈ ਸੀ, ਜੋ ਹੁਣ ਸਾਹਮਣੇ ਆਈ ਹੈ। ਅਧਿਕਾਰਤ ਪੁਸ਼ਟੀ ਦੀ ਉਡੀਕ ਹੈ। ਰਿਪੋਰਟਾਂ ਦੇ ਮੁਤਾਬਿਕ ਗੋਲੀਬਾਰੀ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ। ਵੀਡੀਓ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਸੀ ਕਿ
ਗੋਲੀਬਾਰੀ ਪਿੱਛੇ ਗੋਲਡੀ ਬਰਾੜ ਦੇ ਗਿਰੋਹ ਦਾ ਹੱਥ ਹੈ। ਹਾਲਾਂਕਿ ਲੋਰੈਂਸ ਬਿਸ਼ਨੋਈ ਅਤੇ ਰੋਹਿਤ ਗੋਡਰ ਦੇ ਗਿਰੋਹ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਇੱਕ ਪੋਸਟ ਫੇਸਬੁੱਕ ਤੇ ਵੀ ਵਾਇਰਲ ਹੋ ਗਈ ਹੈ। ਫੇਸਬੁੱਕ ਪੋਸਟ ਲਿਖਿਆ ਹੈ ਕਿ ਰਾਮ ਜੀ ਸਾਰੇ ਭਰਾਵੋ, ਅਸੀਂ 1 ਸਤੰਬਰ ਨੂੰ ਕੈਨੇਡਾ 'ਚ 2 ਥਾਵਾਂ ਤੇ ਗੋਲੀਬਾਰੀ ਕੀਤੀ, ਇੱਕ ਵਿਕਟੋਰੀਆ ਆਈਲੈਂਡ ਤੇ ਅਤੇ ਦੂਜੀ ਵੁੱਡਬ੍ਰਿਜ ਟੋਰਾਂਟੋ ਤੇ। ਇਸ ਗੋਲੀਬਾਰੀ ਲਈ ਜ਼ਿੰਮੇਵਾਰ ਰੋਹਿਤ ਗੋਡਰ ਨੂੰ ਪਿਆਰ ਕਰਦੇ ਹਾਂ। ਵਿਕਟੋਰੀਆ ਆਈਲੈਂਡ ਵਿਚਲਾ ਘਰ ਏਪੀ ਢਿੱਲੋਂ ਦਾ ਹੈ। ਇਸ ਵਿਚਾਲੇ ਏਪੀ ਢਿੱਲੋਂ ਨੇ ਵੀ ਆਪਣਾ ਬਿਆਨ ਸਾਹਮਣੇ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਮੈਂ ਸੁਰੱਖਿਅਤ ਹਾਂ ਤੇ ਜਿਨ੍ਹਾਂ ਨੇ ਮੇਰੀ ਫਿਕਰ ਕੀਤੀ ਉਹਨਾਂ ਦਾ ਧੰਨਵਾਦ। ਮੱਧ ਪ੍ਰਦੇਸ਼ ਦੇ ਇੰਦੌਰ 'ਚ ਹੋਟਲ ਰੈਡੀਸਨ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਅਮਰੀਕਾ ਤੋਂ ਆਏ ਇੱਕ ਪ੍ਰੋਫੈਸਰ ਦੀ ਮੌਤ ਹੋ ਗਈ। ਇਹ ਦੱਸਿਆ ਜਾ ਰਿਹਾ ਹੈ ਕਿ ਸ਼ਿਕਾਗੋ ਦਾ ਰਹਿਣ ਵਾਲਾ ਵਿਲੀਅਮ ਮਾਈਕਲ 30 ਅਗਸਤ ਨੂੰ ਹੋਟਲ ਦੇ ਕਮਰਾ ਨੰਬਰ 202 ਵਿੱਚ ਠਹਿਰਿਆ ਹੋਇਆ ਸੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ MY ਹਸਪਤਾਲ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਲੀਅਮ ਐਤਵਾਰ ਨੂੰ ਰਾਤ ਦਾ ਖਾਣਾ ਖਾਣ ਤੋਂ ਬਾਅਦ ਕਮਰੇ ਵਿੱਚ ਸੌਣ ਦੇ ਲਈ ਚਲਾ ਗਿਆ ਸੀ। ਸਵੇਰੇ ਹੋਟਲ ਦਾ ਸਟਾਫ ਸਵੇਰ ਦੀ ਕੌਫੀ ਸਰਵ ਕਰਨ ਲਈ ਪਹੁੰਚਿਆ। ਖੜਕਾਉਣ ਦੇ ਬਾਵਜੂਦ ਵਿਲੀਅਮ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ। ਜਦੋਂ 2 ਘੰਟੇ ਤੱਕ ਕਮਰੇ ਵਿੱਚ ਕੋਈ ਜਵਾਬ ਨਾ ਆਇਆ ਤਾਂ ਹੋਟਲ ਸਟਾਫ ਨੇ ਵਿਜੇਨਗਰ ਪੁਲਿਸ ਨੂੰ ਸੂਚਿਤ ਕੀਤਾ। ਅਮਰੀਕੀ ਪ੍ਰੋਫੈਸਰ ਯੂਨੀਵਰਸਿਟੀ ਐਕਸਚੇਂਜ ਪ੍ਰੋਗਰਾਮ ਤਹਿਤ ਇੰਦੌਰ ਆਏ ਸਨ। ਐਡੀਸ਼ਨਲ DCP ਰਾਜੇਸ਼ ਨੇ ਦੱਸਿਆ ਹੈ ਕਿ ਲਾਸ਼ ਰੈਡੀਸਨ ਹੋਟਲ ਤੋਂ ਬਰਾਮਦ ਕੀਤੀ ਗਈ ਹੈ। ਸਟਾਫ ਨੇ ਘਟਨਾ ਦੀ ਸੂਚਨਾ ਵਿਜੇਨਗਰ ਥਾਣੇ ਨੂੰ ਦਿੱਤੀ ਸੀ। ਮੌਕੇ ਤੇ ਪਹੁੰਚੇ ACP ਵਿਜੇਨਗਰ ਨੇ ਦੱਸਿਆ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਐਤਵਾਰ ਨੂੰ ਜਦੋਂ ਵਿਲੀਅਮ ਬਿਮਾਰ ਹੋ ਗਿਆ ਤਾਂ ਉਸਨੇ ਬੰਬੇ ਹਸਪਤਾਲ ਜਾ ਕੇ ਚੈੱਕਅਪ ਕਰਵਾਇਆ। ਅਜਿਹੇ 'ਚ ਹੁਣ ਅਮਰੀਕੀ ਪ੍ਰੋਫੈਸਰ ਦੀ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਹੀ ਲੱਗੇਗਾ। ਜੁਲਾਈ ਦੇ ਵਿੱਚ ਕੈਨੇਡਾ ਦੇ ਸ਼ਹਿਰ ਬਰੈਂਪਟਨ ਨੇੜੇ ਹੋਏ ਸੜਕ ਹਾਦਸੇ ਵਿੱਚ ਗੁਰਦਾਸਪੁਰ ਦੇ ਪਿੰਡ ਸੁੱਖਾ ਚਿੜਾ ਦੀ 21 ਸਾਲਾਂ ਦੀ ਲਖਵਿੰਦਰ ਕੌਰ ਕੋਮਲ ਪੁੱਤਰੀ ਬਲਵਿੰਦਰ ਸਿੰਘ ਦੀ ਮੌਤ ਹੋ ਗਈ ਸੀ। ਸੋਮਵਾਰ ਨੂੰ ਲਖਵਿੰਦਰ ਕੌਰ ਕੋਮਲ ਦੀ ਦੇਹ ਉਸਦੇ ਪਿੰਡ ਸੁੱਖਾ ਚਿੜਾ ਪੁੱਜੀ ਤਾਂ ਮਾਹੌਲ ਅਤੀ ਗਮਗੀਨ ਹੋ ਗਿਆ। ਜ਼ਿਕਰਯੋਗ ਹੈ ਕਿ ਕੋਮਲ ਪਿਛਲੇ ਸਾਲ 1 ਸਤੰਬਰ ਨੂੰ ਪੜ੍ਹਾਈ ਦੇ ਲਈ ਕੈਨੇਡਾ ਦੇ ਬਰੈਂਪਟਨ ਸ਼ਹਿਰ ਗਏ ਸੀ। ਇਸ ਸਾਲ 21 ਜੁਲਾਈ ਨੂੰ ਸੜਕ ਹਾਦਸੇ 'ਚ ਕੋਮਲ ਸਮੇਤ 3 ਹੋਰ ਲੜਕੀਆਂ ਦੀ ਮੌਤ ਹੋ ਗਈ ਸੀ। 1 ਸਾਲ ਬਾਅਦ ਸੋਮਵਾਰ ਨੂੰ ਕੋਮਲ ਦੀ ਲਾਸ਼ ਤਾਬੂਤ 'ਚ ਬੰਦ ਹੋ ਕੇ ਜੱਦੀ ਪਿੰਡ ਪੁੱਜੀ ਤਾਂ ਪੂਰਾ ਪਰਿਵਾਰ ਬੁੱਬਾ ਮਾਰ ਕੇ ਰੋ ਉੱਠਿਆ। ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ 'ਚ ਨਮ ਅੱਖਾਂ ਨਾਲ ਕੋਮਲ ਦਾ ਸੰਸਕਾਰ ਕਰ ਦਿੱਤਾ ਗਿਆ। ਕੋਮਲ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ, ਉਹਨਾਂ ਤਾਂ ਚੰਗੇ ਭਵਿੱਖ ਲਈ ਧੀ ਨੂੰ ਕਰਜ਼ਾ ਚੁੱਕ ਕੇ ਪਿਛਲੇ ਸਾਲ ਕੈਨੇਡਾ ਤੋਰਿਆ ਸੀ ਅਤੇ ਅੱਜ ਪੂਰੇ 1 ਸਾਲ ਬਾਅਦ ਉਸ ਦੀ ਧੀ ਡੱਬੇ ਵਿੱਚ ਬੰਦ ਹੋ ਕੇ ਵਾਪਸ ਆਈ ਹੈ। ਇਸ ਮੌਕੇ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ, ਜਥੇਦਾਰ ਅਮਰਜੀਤ ਸਿੰਘ ਸੇਖਵਾ, ਸਰਪੰਚ ਸਰਪ੍ਰੀਤ ਸਿੰਘ ਸੁੱਖਾ ਚਿੜਾ, ਬਾਬਾ ਨਰਿੰਦਰ ਸਿੰਘ, ਬਲਦੇਵ ਸਿੰਘ ਬੱਲਾ, ਡਾਕਟਰ ਹਰਤਾਜ ਸਿੰਘ ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਸੀ ਸਮੇਤ ਸਾਕ ਸੰਬੰਧੀ ਸਨੇਹੀ ਹਾਜ਼ਰ ਸਨ। ਅਮਰੀਕਾ ਦੇ ਸੂਬੇ ਟੈਕਸਾਸ ਦੇ ਡੈਲਸ ਸ਼ਹਿਰ ਵਿੱਚ ਹੋਏ ਕਾਰ ਟਰੱਕ ਦੀ ਸੜਕ ਹਾਦਸੇ ਵਿੱਚ 4 ਭਾਰਤੀ ਮੂਲ ਦੇ ਲੋਕਾਂ ਦੀ ਮੌਤ ਹੋ ਗਈ। ਕਾਰ ਵਿੱਚ ਸਵਾਰ ਤੇਲਗੂ ਮੂਲ ਦੇ 3 ਅਤੇ 1 ਤਾਮਿਲ ਸ਼ਾਮਲ ਸੀ। ਇਹ ਸਾਰੇ ਸੌਫਟਵੇਅਰ ਇੰਜੀਨੀਅਰ ਸਨ। ਇਹ ਦਰਦਨਾਕ ਹਾਦਸਾ ਅਮਰੀਕਾ ਦੇ ਸੂਬੇ ਟੈਕਸਾਸ ਵਿੱਚ ਉੱਤਰ ਵੱਲ 75 ਦੇ ਡੈਲਸ ਤੋਂ ਬੈਂਟਨਵਿਲੇ ਨੇੜੇ ਵਾਪਰਿਆ। ਕੋਲਿਨ ਕਾਉਂਟੀ ਸ਼ੈਰਿਫ ਦੇ ਦਫ਼ਤਰ ਅਨੁਸਾਰ ਇਹ ਭਿਆਨਕ ਹਾਦਸਾ ਵਾਈਟ ਸਟਰੀਟ ਦੇ ਬਿਲਕੁਲ ਨੇੜੇ ਵਾਪਰਿਆ ਸੀ ਅਤੇ ਇਸ ਹਾਦਸੇ ਵਿੱਚ ਲਗਭਗ 5 ਵਾਹਨ ਸ਼ਾਮਲ ਸਨ। ਉਹਨਾਂ ਦੀ ਕਾਰ ਇੱਕ ਤੇਜ਼ ਰਫ਼ਤਾਰ ਟਰੱਕ ਦੇ ਪਿਛਲੇ ਹਿੱਸੇ ਦੇ ਨਾਲ ਟਕਰਾ ਜਾਣ ਤੋਂ ਬਾਅਦ ਭਿਆਨਕ ਅੱਗ ਲੱਗਣ ਕਾਰਨ ਇਹ ਚਾਰੇ ਅੱਗ ਦੀ ਲਪੇਟ ਵਿੱਚ ਆ ਗਏ ਅਤੇ ਸੜ ਕੇ ਮਾਰੇ ਗਏ। ਐਮਰਜੈਂਸੀ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਾਰ ਵਿੱਚ ਸਵਾਰ ਅੱਗ ਤੋਂ ਬਚਣ ਵਿੱਚ ਅਸਮਰਥ ਸਨ ਅਤੇ ਦੁਖਦਾਈ ਤੌਰ ਤੇ ਸੜ ਕੇ ਮਾਰੇ ਗਏ। ਇਨ੍ਹਾਂ ਲੋਕਾਂ ਦੀ ਪਛਾਣ ਅਜੇ ਅਧਿਕਾਰਤ ਤੌਰ ਤੇ ਜਾਰੀ ਨਹੀਂ ਕੀਤੀ ਗਈ ਹੈ। ਅਮਰੀਕਾ ਦੇ ਟੈਕਸਾਸ ਰਾਜ ਦੇ ਸ਼ਹਿਰ ਡਲਾਸ ਵਿੱਚ ਸ਼ੱਕੀ ਵਿਅਕਤੀ ਨਾਲ ਹੋਈ ਮੁਕਾਬਲੇ ਦੌਰਾਨ ਇੱਕ ਪੁਲਿਸ ਅਫਸਰ ਦੀ ਮੌਤ ਹੋਣ ਕਰਕੇ ਜਦਕਿ 2 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਜ਼ਖਮੀ ਪੁਲਿਸ ਅਫਸਰਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਮੁਕਾਬਲੇ ਦੌਰਾਨ ਸ਼ੱਕੀ ਵੀ ਮਾਰਿਆ ਗਿਆ ਹੈ। ਇਹ ਜਾਣਕਾਰੀ ਡਲਾਸ ਪੁਲਿਸ ਵਿਭਾਗ ਦੁਆਰਾ ਜਾਰੀ ਪ੍ਰੈਸ ਬਿਆਨ ਵਿੱਚ ਦਿੱਤੀ ਗਈ ਹੈ। ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਪੁਲਿਸ ਅਫਸਰ ਦੇ ਸੰਕਟ ਵਿੱਚ ਹੋਣ ਦੀ ਸੂਚਨਾ ਮਿਲਣ ਤੇ ਪੁਲਿਸ ਰਾਤ 10 ਵਜੇ ਦੇ ਆਸ-ਪਾਸ ਓਕ ਕਲਿਫ ਖੇਤਰ ਵਿੱਚ ਪੁੱਜੀ, ਜਿੱਥੇ ਉਸ ਨੂੰ ਇੱਕ ਪੁਲਿਸ ਅਫਸਰ ਆਪਣੀ ਗਸ਼ਤੀ ਕਾਰ ਵਿੱਚ ਜ਼ਖਮੀ ਹਾਲਤ ਵਿੱਚ ਮਿਲਿਆ। ਮੌਕੇ ਤੇ ਪੁੱਜੇ ਪੁਲਿਸ ਅਫਸਰਾਂ ਤੇ ਸ਼ੱਕੀ ਵਿਚਾਲੇ ਹੋਏ ਗੋਲੀਆਂ ਦੇ ਵੰਡਾਦਰੇ ਦੌਰਾਨ 2 ਹੋਰ ਪੁਲਿਸ ਅਫਸਰ ਜ਼ਖਮੀ ਹੋ ਗਏ। ਜ਼ਖਮੀ ਪੁਲਿਸ ਅਫਸਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ,
ਜਿਨ੍ਹਾਂ ਵਿੱਚੋਂ ਇੱਕ ਨੇ ਦਮ ਤੋੜ ਦਿੱਤਾ ਹੈ, ਜਦਕਿ ਦੂਸਰੇ ਦੀ ਹਾਲਤ ਸਥਿਰ ਹੈ। ਬਿਆਨ ਅਨੁਸਾਰ ਤੀਸਰੇ ਪੁਲਿਸ ਅਫਸਰ ਦੀ ਹਾਲਤ ਵੀ ਗੰਭੀਰ ਹੈ। ਪੁਲਿਸ ਨੇ ਮ੍ਰਿਤਕ ਤੇ ਜ਼ਖਮੀ ਪੁਲਿਸ ਅਫਸਰਾਂ ਦੇ ਨਾਂ ਜਨਤਕ ਨਹੀਂ ਕੀਤੇ ਹਨ ਤੇ ਨਾ ਹੀ ਸ਼ੱਕੀ ਦੀ ਸ਼ਨਾਖਤ ਬਾਰੇ ਕੁਝ ਕਿਹਾ ਹੈ। ਡਲਾਸ ਪੁਲਿਸ ਕਮਿਊਨੀਕੇਸ਼ਨਸ ਡਾਇਰੈਕਟੋਰੇਟ ਕ੍ਰਿਸਟਨ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਗੋਲੀਬਾਰੀ ਕਰਕੇ ਭੱਜੇ ਸ਼ੱਕੀ ਦਾ ਪੁਲਿਸ ਨੇ ਡਲਾਸ ਤੋਂ ਤਕਰੀਬਨ 30 ਮੀਲ ਦੂਰ ਲੈਵਿਸਵਿਲੇ ਤੱਕ ਪਿੱਛਾ ਕੀਤਾ। ਜਦੋਂ ਸ਼ੱਕੀ ਆਪਣੀ ਕਾਰ ਵਿੱਚੋਂ ਨਿਕਲਿਆ ਤਾਂ ਉਸ ਕੋਲ ਇੱਕ ਲੰਬੀ ਗਨ ਸੀ। ਲੋਮੇਨ ਅਨੁਸਾਰ ਪੁਲਿਸ ਅਫਸਰਾਂ ਨੇ ਤੁਰੰਤ ਕਾਰਵਾਈ ਕਰਦਿਆਂ ਸ਼ੱਕੀ ਉੱਪਰ ਗੋਲੀ ਚਲਾਈ, ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਉਹਨਾਂ ਨੇ ਕਿਹਾ ਕਿ ਮਾਮਲੇ ਦੀ ਡਲਾਸ ਤੇ ਲੈਵਿਸਵਿਲੇ ਦੋਨਾਂ ਥਾਵਾਂ ਤੇ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਨੇ ਵੀ ਕਿਹਾ ਕਿ ਸਾਨੂੰ ਇੱਕ ਪੁਲਿਸ ਅਫਸਰ ਦੇ ਮਾਰੇ ਜਾਣ ਤੇ 3 ਹੋਰਨਾਂ ਦੇ ਜ਼ਖਮੀ ਹੋ ਜਾਣ ਦੇ ਬੇਹੱਦ ਦੁੱਖ ਪੁੱਜਾ ਹੈ। ਅਸੀਂ ਜ਼ਖਮੀ ਪੁਲਿਸ ਅਫਸਰਾਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਾਂ। ਪੁਲਿਸ ਨੂੰ ਕੈਲੀਫੋਰਨੀਆ ਵਿੱਚ ਇੱਕ ਘਰ ਹੇਠਾਂ ਬਣੇ ਤਹਿਖਾਨੇ ਵਿੱਚੋਂ ਮਨੁੱਖੀ ਅਵਸ਼ੇਸ਼ ਮਿਲਣ ਦੀ ਖਬਰ ਹੈ। ਰੈਡਲੈਂਡਸ ਪੁਲਿਸ ਵਿਭਾਗ ਦੇ ਲੋਕ ਸੰਪਰਕ ਅਫਸਰ ਕਾਲ ਬੇਕਰ ਨੇ ਕਿਹਾ ਕਿ ਮਨੁੱਖੀ ਅੰਗਾਂ ਦੀ ਅਜੇ ਪਛਾਣ ਕੀਤੀ ਜਾਣੀ ਹੈ, ਪਰੰਤੂ ਸਮਝਿਆ ਜਾਂਦਾ ਹੈ ਕਿ ਇਹ ਅਵਸ਼ੇਸ਼ ਪਿਛਲੇ ਦਿਨੀ ਲਾਪਤਾ ਹੋਏ ਇੱਕ ਬਜ਼ੁਰਗ ਜੋੜੇ ਦੇ ਹਨ। ਇਸ ਤੋਂ ਪਹਿਲਾਂ ਪੁਲਿਸ ਨੇ ਐਲਾਨ ਕੀਤਾ ਸੀ ਕਿ ਉਸਨੇ ਮਿਸ਼ੇਲ ਰੋਇਸੀ ਸਪਾਕਸ ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਲਾਪਤਾ ਜੋੜੇ ਦੀਆਂ ਮੌਤਾਂ ਸੰਬੰਧੀ ਦੋਸ਼ ਆਇਦ ਕਰਨ ਦੀ ਸਿਫਾਰਿਸ਼ ਕੀਤੀ ਹੈ, ਜੋ ਜੋੜਾ ਉਸ ਦੇ ਗਵਾਂਢ ਵਿੱਚ ਕੈਲੀਫੋਰਨੀਆ ਨਿਊਡਿਟਸ ਰਿਜ਼ੋਰਟ ਵਿੱਚ ਰਹਿੰਦਾ ਸੀਗਾ। ਡੈਨੀਅਲ ਤੇ ਉਸ ਦੀ ਪਤਨੀ ਸ਼ਨੀਵਾਰ ਤੋਂ ਲਾਪਤਾ ਸਨ। ਬੇਕਰ ਨੇ ਕਿਹਾ ਮਨੁੱਖੀ ਅਵਸ਼ੇਸ਼ ਸਪਾਕਰਸ ਦੇ ਮੋਬਾਈਲ ਘਰ ਹੇਠਾਂ ਬਣੇ ਤਹਿਖਾਨੇ ਵਿੱਚੋਂ ਮਿਲੇ ਹਨ। ਤਲਾਸ਼ੀ ਉਪਰੰਤ ਰੈਡਲੈਂਡਸ ਪੁਲਿਸ ਨੇ ਸ਼ੱਕੀ ਦੋਸ਼ੀ ਦਾ ਲਾਸ ਐਂਜਲਸ ਦੇ ਦੱਖਣ ਵਿੱਚ ਤਕਰੀਬਨ 65 ਮੀਲ ਦੂਰ ਓਲਿਵ ਡੈਲ ਰੇਂਜ ਔਰ ਆਰਵੀ ਪਾਰਕ ਸਥਿਤ ਘਰ ਸੀਲ ਕਰ ਦਿੱਤਾ। ਸਪਾਕਰਸ ਨੇ ਗ੍ਰਿਫਤਾਰੀ ਵੇਲੇ ਆਪਣੇ ਆਪ ਨੂੰ ਘਰ ਵਿੱਚ ਬੰਦ ਕਰ ਲਿਆ ਤੇ ਉਸਨੇ ਆਪਣੇ ਆਪ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਵੀ ਕੀਤੀ, ਪਰੰਤੂ ਉਹ ਨਾਕਾਮ ਰਿਹਾ। ਬਾਅਦ ਵਿੱਚ ਉਸਨੇ ਆਤਮ ਸਮਰਪਣ ਕਰ ਦਿੱਤਾ। ਜੋੜੇ ਦੀ ਖੁੱਲੀ ਕਾਰ ਉਹਨਾਂ ਦੇ ਘਰ ਨੇੜੇ ਓਲਿਵ ਡੈਲ ਰੈਂਚ ਤੋਂ ਮਿਲੀ ਹੈ। ਮੱਧ ਪੂਰਬ 'ਚ ਚੱਲ ਰਹੇ ਤਣਾਅ ਦਰਮਿਆਨ ਅਮਰੀਕਾ ਵੈਨਜ਼ੂਏਲਾ ਤੇ ਐਕਸ਼ਨ ਮੋਡ ਵਿੱਚ ਆ ਗਿਆ ਹੈ। ਇਸ ਕੜੀ ਵਿੱਚ ਅਮਰੀਕਾ ਨੇ ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਦਾ ਪ੍ਰਾਈਵੇਟ ਜੈਟ ਵੀ ਜ਼ਬਤ ਕਰ ਲਿਆ ਹੈ। $13 ਮਿਲੀਅਨ ਦੀ ਕੀਮਤ ਵਾਲੇ ਇਸ ਜਹਾਜ਼ ਨੂੰ ਫੋਰਟ ਲਾਡਰੇਲ ਫਲੋਰੀਡਾ ਲਿਜਾਇਆ ਜਾਵੇਗਾ। ਅਮਰੀਕੀ ਅਧਿਕਾਰੀਆਂ ਨੇ ਦਲੀਲ ਦਿੱਤੀ ਹੈ ਕਿ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਕਰਦੇ ਹੋਏ ਇਸ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਖਰੀਦਿਆ ਅਤੇ ਨਿਰਯਾਤ ਕੀਤਾ ਗਿਆ ਸੀ। ਇਹ ਜਹਾਜ਼ ਵੈਨਜ਼ੂਏਲਾ ਦੇ ਫੌਜੀ ਸਹੂਲਤ ਲਈ ਸੀ, ਪਰ ਇਸ ਦੀ ਵਰਤੋਂ ਅੰਤਰਰਾਸ਼ਟਰੀ ਯਾਤਰਾ ਲਈ ਵੀ ਕੀਤੀ ਗਈ ਸੀ, ਜਿਸ ਨਾਲ ਮਾਦੂਰੋ ਦੀ ਪਹੁੰਚ ਹੋਰ ਵੱਧ ਗਈ ਹੈ। ਅਮਰੀਕੀ ਅਧਿਕਾਰੀ ਮੈਥਿਊ ਐਸ ਨੇ ਜ਼ਬਤ ਕੀਤੇ ਜਾਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਜ਼ਬਤੀ ਇੱਕ ਸਪਸ਼ਟ ਸੰਦੇਸ਼ ਦੇਵੇ ਕਿ ਸੰਯੁਕਤ ਰਾਜ ਤੋਂ ਮਨਜ਼ੂਰਸ਼ੁਦਾ ਵੈਨਜ਼ੂਏਲਾ ਦੇ ਅਧਿਕਾਰੀਆਂ ਦੇ ਫਾਇਦੇ ਲਈ ਗੈਰ ਕਾਨੂੰਨੀ ਤੌਰ ਤੇ ਖਰੀਦੇ ਗਏ ਜਹਾਜ਼ਾਂ ਨੂੰ ਸਿਰਫ ਉੱਡਣਾ ਨਹੀਂ ਚਾਹੀਦਾ। ਬ੍ਰਾਜ਼ੀਲ ਦੀ ਸੁਪਰੀਮ ਕੋਰਟ ਦੀ ਬੈਂਚ ਨੇ ਸਰਵਸੰਮਤੀ ਨਾਲ ਅਰਬਪਤੀ ਕਾਰੋਬਾਰੀ ਐਲਨ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਦੇਸ਼ ਭਰ ਵਿੱਚ ਪਾਬੰਦੀ ਲਗਾਉਣ ਦੇ ਸਿੰਗਲ ਜੱਜ ਬੈਂਚ ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਇਹ ਜਾਣਕਾਰੀ ਅਦਾਲਤ ਦੀ ਵੈਬਸਾਈਟ ਤੇ ਦਿੱਤੀ ਗਈ। ਮਸਕ ਅਤੇ ਉਸ ਦੇ ਸਮਰਥਕ ਜਸਟਿਸ ਡੀ ਮੋਰੇਸ ਨੂੰ ਬ੍ਰਾਜ਼ੀਲ ਵਿੱਚ ਰਾਜਨੀਤਿਕ ਭਾਸ਼ਣ ਨੂੰ ਸੈਂਸਰ ਕਰਨ ਤੇ ਤੁਲੇ ਹੋਏ ਵਿਅਕਤੀ ਦੇ ਰੂਪ ਵਿੱਚ ਪੇਸ਼ ਕਰ ਰਹੇ ਸਨ। ਆਨਲਾਈਨ ਸੁਣਵਾਈ ਦੌਰਾਨ ਫੈਸਲੇ ਤੇ ਵੋਟ ਪਾਉਣ ਵਾਲੇ ਬੈਂਚ ਵਿੱਚ ਡੀ ਮੋਰੇਸ ਸਮੇਤ ਫੁੱਲ ਬੈਂਚ ਦੇ 11 ਜੱਜਾਂ 'ਚੋਂ 5 ਸ਼ਾਮਲ ਸਨ। ਮੋਰੇਸ ਨੇ ਪਿਛਲੇ ਸ਼ੁੱਕਰਵਾਰ ਨੂੰ ਐਕਸ ਨੂੰ ਸਥਾਨਕ ਕਾਨੂੰਨੀ ਪ੍ਰਤੀਨਿਧੀ ਦਾ ਨਾਂ ਦੱਸਣ ਤੋਂ ਇਨਕਾਰ ਕਰਨ ਲਈ ਬਲੌਕ ਕਰਨ ਦਾ ਆਦੇਸ਼ ਦਿੱਤਾ, ਜਿਵੇਂ ਕਿ ਕਾਨੂੰਨ ਦੁਆਰਾ ਲੋੜੀਂਦਾ ਹੈ। ਹੁਣ ਇਸ ਫੈਸਲੇ ਤੋਂ ਬਾਅਦ ਇਹ ਸੋਸ਼ਲ ਮੀਡੀਆ ਪਲੇਟਫਾਰਮ ਉਦੋਂ ਤੱਕ ਮੁਅੱਤਲ ਰਹੇਗਾ ਜਦੋਂ ਤੱਕ ਇਹ ਉਹਨਾਂ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕਰਦਾ ਅਤੇ ਬਕਾਇਆ ਜੁਰਮਾਨਾ ਅਦਾ ਨਹੀਂ ਕਰਦਾ, ਜੋ ਕਿ $30 ਲੱਖ ਤੋਂ ਵੱਧ ਹੈ। ਕਈ ਸਾਲਾਂ ਤੋਂ ਉੱਚ ਸਿੱਖਿਆ ਲਈ ਕੈਨੇਡਾ ਭਾਰਤੀ ਵਿਦਿਆਰਥੀ ਖਾਸ ਕਰਕੇ ਪੰਜਾਬ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਰਿਹਾ ਹੈ। ਹਾਲਾਂਕਿ ਤਾਜ਼ਾ ਰੁਝਾਨ ਦੱਸਦੇ ਹਨ ਕਿ ਲੋਕ ਹੁਣ ਕੈਨੇਡਾ ਦੀ ਬਜਾਏ ਜਰਮਨੀ ਜਾਣ ਨੂੰ ਤਰਜੀਹ ਦੇ ਰਹੇ ਹਨ। ਪੰਜਾਬ ਦੇ ਵਿਦਿਆਰਥੀਆਂ ਲਈ ਜਰਮਨੀ ਨੂੰ ਸਿੱਖਿਆ ਦੇ ਸਥਾਨ ਵਜੋਂ ਉਤਸ਼ਾਹਿਤ ਕਰਨ ਲਈ ਕਈ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਨ੍ਹਾਂ ਪ੍ਰੋਗਰਾਮਾਂ ਵਿੱਚ ਜਰਮਨੀ ਦੀਆਂ ਸਿੱਖਿਆ ਸੰਸਥਾਵਾਂ ਨਾਲ ਜੁੜੇ ਲੋਕ ਭਾਗ ਲੈ ਰਹੇ ਹਨ। ਇੱਥੇ ਉਹਨਾਂ ਨੇ ਮੈਰਿਟ ਦੇ ਆਧਾਰ ਤੇ ਵਿਦਿਆਰਥੀਆਂ ਨੂੰ ਵਜ਼ੀਫੇ ਬਾਰੇ ਜਾਣਕਾਰੀ ਦਿੱਤੀ। ਇਸ ਦੇ ਇਲਾਵਾ ਇਹ ਵਿਦਿਆਰਥੀਆਂ ਨੂੰ ਉਹਨਾਂ ਦੀ ਪੜ੍ਹਾਈ ਦੌਰਾਨ ਅਤੇ ਬਾਅਦ ਵਿੱਚ ਵਰਕ ਪਰਮਿਟ ਦੇ ਮੌਕਿਆਂ ਬਾਰੇ ਵੀ ਸੂਚਿਤ ਕਰਦਾ ਹੈ। ਮਿਆਰੀ ਸਿੱਖਿਆ, ਕਿਫਾਇਤੀ ਰਹਿਣ-ਸਹਿਣ ਅਤੇ ਕੈਰੀਅਰ ਦੀਆਂ ਸੰਭਾਵਨਾਵਾਂ ਦੀ ਤਲਾਸ਼ ਕਰਨ ਵਾਲੇ ਵਿਦਿਆਰਥੀਆਂ ਲਈ ਜਰਮਨੀ ਇੱਕ ਖਿੱਚ ਦਾ ਕੇਂਦਰ ਹੈ। ਸਿੱਖਿਆ ਸਲਾਹਕਾਰ ਜੋ ਪਹਿਲਾਂ ਕੈਨੇਡਾ ਦੇ ਧਿਆਨ ਕੇਂਦਰਿਤ ਕਰਦਾ ਸਨ, ਹੁਣ ਜਰਮਨੀ ਨੂੰ ਉਤਸ਼ਾਹਿਤ ਕਰ ਰਹੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਸੰਬੰਧਿਤ ਨੀਤੀ ਵਿੱਚ ਲਗਾਤਾਰ ਤਬਦੀਲੀਆਂ ਕਾਰਨ ਵਿਦਿਆਰਥੀ ਜਰਮਨੀ ਵੱਲ ਰੁਖ
ਰੁਖ ਕਰ ਰਹੇ ਹਨ। ਜਰਮਨੀ ਵਿੱਚ ਟਿਊਸ਼ਨ ਫੀਸਾਂ ਦਾ ਭੁਗਤਾਨ ਕੀਤੇ ਬਿਨਾਂ ਕਿਸੇ ਪਬਲਿਕ ਯੂਨੀਵਰਸਿਟੀ ਵਿੱਚ ਪੜ੍ਹਨ ਦਾ ਮੌਕਾ ਮਿਲਦਾ ਹੈ। ਇਜ਼ਰਾਈਲ ਨੇ ਗਾਜ਼ਾ ਦੇ ਰਫਾਹ ਇਲਾਕੇ ਤੋਂ 6 ਬੰਦਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਇਜ਼ਰਾਈਲੀ ਸੈਨਿਕਾਂ ਨੂੰ ਇਹ ਲਾਸ਼ਾਂ ਇੱਕ ਸੁਰੰਗ ਵਿੱਚ ਮਿਲੀਆਂ ਜਿੱਥੇ ਉਹ ਕਤਲ ਤੋਂ ਥੋੜੀ ਦੇਰ ਬਾਅਦ ਪਹੁੰਚ ਗਏ ਸਨ। ਇੱਕ ਅਮਰੀਕੀ ਨਾਗਰਿਕ ਅਤੇ 5 ਇਜ਼ਰਾਈਲੀ ਨਾਗਰਿਕਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਇਜ਼ਰਾਈਲ 'ਚ ਗੁੱਸਾ ਭੜਕ ਗਿਆ ਹੈ ਅਤੇ ਹਜ਼ਾਰਾਂ ਲੋਕ ਸਰਕਾਰ ਦੇ ਵਿਰੋਧੀ ਪ੍ਰਦਰਸ਼ਨ 'ਚ ਸੜਕਾਂ ਤੇ ਉਤਰ ਆਏ ਹਨ। ਲੋਕਾਂ ਨੇ ਕਿਹਾ ਕਿ ਸਰਕਾਰ ਬੰਦਕਾਂ ਦੀ ਸੁਰੱਖਿਅਤ ਰਿਹਾਈ ਕਰਵਾਉਣ ਵਿੱਚ ਅਸਫਲ ਰਹੀ ਹੈ। ਸੋਮਵਾਰ ਤੋਂ ਦੇਸ਼ ਵਿੱਚ ਮਜ਼ਦੂਰਾਂ ਦੀ ਹੜਤਾਲ ਦੇ ਵੀ ਸੰਕੇਤ ਮਿਲੇ ਹਨ। ਲਾਸ਼ਾਂ ਦੀ ਫੋਰੈਂਸਿਕ ਜਾਂਚ ਤੋਂ ਪਤਾ ਲੱਗਾ ਹੈ ਕਿ ਬੰਦਕਾਂ ਨੂੰ ਨੇੜਿਓਂ ਗੋਲੀ ਮਾਰੀਆਂ ਗਈਆਂ ਸਨ ਅਤੇ ਲਾਸ਼ਾਂ ਮਿਲਣ ਤੋਂ ਘੰਟੇ ਪਹਿਲਾਂ ਹੀ ਕਤਲ ਕੀਤਾ ਗਿਆ ਸੀ। ਮਾਰੇ ਗਏ ਲੋਕ 250 ਤੋਂ ਵੱਧ ਲੋਕਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੂੰ 7 ਅਕਤੂਬਰ 2023 ਨੂੰ ਇਜ਼ਰਾਈਲੀ ਸ਼ਹਿਰਾਂ ਤੋਂ ਫਲਸਤੀਨੀ ਲੜਾਕਿਆਂ ਨੇ ਅਗਵਾ ਕਰ ਲਿਆ ਸੀ ਅਤੇ ਫਿਰ ਬੰਦਕ ਬਣਾ ਲਿਆ ਸੀ। ਅਮਰੀਕਾ ਦੇ ਰਿਹਾਇਸ਼ੀ ਇਲਾਕੇ ਵਿੱਚ ਹਵਾਈ ਜਹਾਜ਼ ਕ੍ਰੈਸ਼ ਹੋਣ ਕਾਰਨ 3 ਜਾਣਿਆਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋ ਗਏ। ਦੂਜੇ ਪਾਸੇ ਕੈਨੇਡਾ ਦੇ ਐਲਬਰਟਾ ਸੂਬੇ ਵਿੱਚ ਇੱਕ ਛੋਟਾ ਹਵਾਈ ਜਹਾਜ਼ ਬਿਜਲੀ ਦੀਆਂ ਤਾਰਾਂ ਵਿੱਚ ਉਲਝਣ ਮਗਰੋਂ ਕ੍ਰੈਸ਼ ਹੋ ਗਿਆ ਅਤੇ ਤਕਰੀਬਨ 4000 ਘਰਾਂ ਦੀ ਬਿਜਲੀ ਗੁੱਲ ਹੋ ਗਈ। ਓਰੇਗਨ ਸੂਬੇ ਦੇ ਫੇਅਰਵਿਊ ਇਲਾਕੇ ਵਿੱਚ ਜਹਾਜ਼ ਕ੍ਰੈਸ਼ ਹੋਣ ਮਗਰੋਂ ਕਈ ਘਰ ਸੜ ਕੇ ਸਵਾਹ ਹੋ ਗਏ। ਇਹ ਇਲਾਕਾ ਪੋਰਟਲੈਂਡ ਇੰਟਰਨੈਸ਼ਨਲ 에ਅਰਪੋਰਟ ਅਤੇ ਟੋਰੰਟੋਡੇਲ 에ਅਰਪੋਰਟ ਤੋਂ ਜ਼ਿਆਦਾ ਦੂਰ ਨਹੀਂ। ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਵੈਸਟ ਇੰਡੀਅਨ ਅਮਰੀਕਨ ਡੇ ਪਰੇਡ ਦੌਰਾਨ 5 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਕੈਰੀਬੀਅਨ ਸੱਭਿਆਚਾਰ ਦੇ ਸਭ ਤੋਂ ਵੱਧ ਸਾਲਾਨਾ ਜਸ਼ਨਾਂ ਵਿੱਚੋਂ ਇੱਕ ਵਿੱਚ ਹਿੰਸਾ ਦੀ ਇਹ ਤਾਜ਼ਾ ਉਦਾਹਰਣ ਹੈ। NYPD ਪੈਟਰੋਲਿੰਗ ਚੀਫ ਜ਼ੋਨ ਚੇਲ ਨੇ ਕਿਹਾ ਕਿ ਇੱਕ ਬੰਦੂਕਧਾਰੀ ਨੇ ਲੋਕਾਂ ਦੇ ਇੱਕ ਖਾਸ ਸਮੂਹ ਨੂੰ ਨਿਸ਼ਾਨਾ ਬਣਾਇਆ ਅਤੇ ਦੁਪਹਿਰ 2:30 ਵਜੇ ਬਰੁਕਲਿਨ ਵਿੱਚ ਪਰੇਡ ਰੂਟ ਤੇ ਗੋਲੀਬਾਰੀ ਕੀਤੀ। ਇਸ ਘਟਨਾ ਵਿੱਚ 5 ਲੋਕਾਂ ਦੀ ਗੋਲੀ ਲੱਗੀ ਹੈ। ਜਾਣਕਾਰੀ ਅਨੁਸਾਰ ਪਰੇਡ ਕਈ ਘੰਟੇ ਪਹਿਲਾਂ ਸ਼ੁਰੂ ਹੋ ਗਈ ਸੀ। ਹਜ਼ਾਰਾਂ ਲੋਕ ਇਸ ਦਾ ਆਨੰਦ ਮਾਣ ਰਹੇ ਸਨ ਅਤੇ ਹਜ਼ਾਰਾਂ ਲੋਕ ਸ਼ਹਿਰ ਦੇ ਮੁੱਖ ਮਾਰਗ ਈਸਟਰਨ ਪਾਰਕਵੇ ਤੇ ਨੱਚ ਰਹੇ ਸਨ ਅਤੇ ਮਾਰਚ ਕਰ ਰਹੇ ਸਨ। ਉਮੀਦ ਸੀ ਕਿ ਇਹ ਪ੍ਰੋਗਰਾਮ ਰਾਤ ਤੱਕ ਇਸੇ ਤਰ੍ਹਾਂ ਚੱਲਦਾ ਰਹੇਗਾ। रूसी जासूस मनी जांदी चिट्टी बेलुगा वेल हवालदीमीर ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾबिक 31 ਅਗਸਤ ਨੂੰ ਨਾਰਵੇ ਦੀ ਰਿਸਾਵਿਕਾ ਖਾੜੀ ਵਿੱਚ ਮੱਛੀਆਂ ਫੜਨ ਗਏ ਪਿਤਾ ਪੁੱਤਰ ਨੂੰ ਵੇਲ ਮੱਛੀ ਦੀ ਲਾਸ਼ ਤੈਰਦੀ ਹੋਈ ਮਿਲੇ। ਇਸ 14 ਫੁੱਟ ਲੰਬੀ ਵੇਲ ਦੀ ਉਮਰ ਕਰੀਬ 15 ਸਾਲ ਸੀ। ਭਾਰ 1225 ਕਿਲੋਗ੍ਰਾਮ ਸੀ। ਇਸ ਦੀ ਲਾਸ਼ ਨੂੰ ਕ੍ਰੇਨ ਨਾਲ ਬਾਹਰ ਕੱਢਿਆ ਗਿਆ। ਮੌਤ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਸ਼ੱਕ ਹੈ ਕਿ ਮੌਤ ਕਿਸੇ ਵੱਡੀ ਕਿਸ਼ਤੀ ਨਾਲ ਟਕਰਾਉਣ ਕਾਰਨ ਹੋ ਸਕਦੀ ਹੈ। ਹਾਲਾਂਕਿ ਉਸ ਦੇ ਸਰੀਰ ਤੇ ਸੱਟ ਦੇ ਕੋਈ ਨਿਸ਼ਾਨ ਨਹੀਂ ਮਿਲੇ ਹੈ। ਹਵਾਲਾ ਦੀ ਮੀਰ ਵੇਲ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਦੁਨੀਆ ਨੂੰ ਇਸ ਬਾਰੇ ਪਹਿਲੀ ਵਾਰ 2019 ਚ ਪਤਾ ਲੱਗਾ। ਇਹ ਰੂਸ ਤੋਂ 415 ਕਿਲੋਮੀਟਰ ਦੂਰ ਨਾਰਵੇ ਦੇ ਇੰਗੁਆ ਟਾਪੂ ਤੇ ਤੱਟ ਤੇ ਦੇਖਿਆ ਗਿਆ ਸੀ। ਬੈਲੂਗਾ ਵੇਲ ਇਸ ਖੇਤਰ ਵਿੱਚ ਨਹੀਂ ਮਿਲਦੀ, ਇਸ ਲਈ ਇਸ ਤੇ ਨਜ਼ਰ ਰੱਖੀ ਜਾਣ ਲੱਗੀ ਸੀਗੀ। ਇਸ ਨੂੰ ਇੱਕ ਜਾਸੂਸ ਵੀ ਕਿਹਾ ਜਾਂਦਾ ਸੀ। ਇਹ ਸਾਂਝੀ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮੇਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।